ਨਵਰੀਤ ਸਿੰਘ ਦਾ ਉੱਥੇ ਪੁਲਿਸ ਦੀ ਗੋਲੀ ਨਾਲ ਹੱਤਿਆ ਹੋਈ ਹੈ। ਉਹਦੇ ਠੋਡੀ ਦੇ ਲਾਗਿਓ ਇੰਜਰੀ ਦਾ ਐਂਟਰੀ ਪੁਆਇੰਟ ਦਿਖਾਉਂਦੇ ਤੇ ਐਗਜ਼ਿਟ ਪੁਆਇੰਟ ਸਿਰ ਦੇ ਲਾਗੇ ਆ। ਉਹਦੇ ਵਿੱਚ ਲਿਖਿਆ ਕਲੀਅਰਲੀ ਕਿ ਬ੍ਰੇਨ ਮੈਟਰ ਇਜ਼ ਪੋਰਿੰਗ ਆਊਟ। ਇਹਦਾ ਮਤਲਬ ਜਿਹੜਾ ਆਪਣੇ ਦਿਮਾਗ ਦੇ ਅੰਦਰ ਜੋ ਚਰਬੀ ਵਗੈਰਾ ਉਹ ਸਾਰੀ ਬਾਹਰ ਡੁੱਲੀ ਹੋਈ ਸੀ। ਦਿੱਲੀ ਪੁਲਿਸ ਨੂੰ ਬੀਜੇਪੀ ਨੇ ਗੋਲੀ ਚਲਾਉਣ ਦੇ ਅਧਿਕਾਰ ਦਿੱਤੇ ਹੋਏ ਸੀਗੇ। ਕਿਸਾਨਾਂ ਨੂੰ ਹੁਣ ਦੰਗਾਈ ਕਿਹਾ ਜਾ ਰਿਹਾ ਹੈ। ਉਸ ਲੱਗਿਆ ਯੂਆਪਾ ਤੱਕ ਦੀ ਗੱਲ ਕਹੀ ਜਾ ਰਹੀ ਹੈ। ਇਹ ਬਦਲਾਖੋਰੀ ਹੈ ਬੀਜੇਪੀ ਸਰਕਾਰ ਵੱਲੋਂ। ਇਹਨੂੰ ਸਿਆਸੀ ਅੱਤਵਾਦ ਕਿਹਾ ਜਾ ਸਕਦਾ। ਇਹ ਵੈਂਡੇਟਾ ਪੋਲਿਟਿਕਸ ਦੇ ਉੱਤਰ ਆਈ। ਇਹ ਉਹਨਾਂ ਨੂੰ ਪ੍ਰੋਵੋਕੇਟ ਕੀਤਾ ਜਾ ਰਿਹਾ ਕਿ ਕੋਈ ਐਕਸ਼ਨ ਕਰਨ, ਕੋਈ ਸਾਡੇ ਤੇ ਭੰਨ ਤੋੜ ਕਰਨ, ਸਾਨੂੰ ਕੁੱਟਮਾਰ ਕਰਨ। ਇਹ ਬੀਜੇਪੀ ਨੂੰ ਬਹੁਤ ਮਹਿੰਗੀ ਪਵੇਗੀ ਸਾਜ਼ਿਸ਼, ਚਾਲਾਂ। ਅਗਰ ਕੋਈ ਵਾਕਈ ਉਗਰਵਾਦੀ ਹੈ ਬੀਜੇਪੀ ਸਰਕਾਰ ਹੈ ਤੇ ਗੋਦੀ ਦਾ ਮੀਡੀਆ। ਸਤਿ ਸ਼੍ਰੀ ਅਕਾਲ, ਪ੍ਰੋ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਤੁਹਾਡੇ ਨਾਲ ਲਵਪ੍ਰੀਤ ਬੰਗੜ। 26 ਜਨਵਰੀ ਨੂੰ ਆਈਟੀਓ ਇਲਾਕੇ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰਦੀ ਹੈ। ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਹਾਦਸਾ ਹੈ, ਪਰ ਹੁਣ ਇੱਕ ਦਾਅਵਾ ਹੋਰ ਹੋ ਰਿਹਾ ਹੈ। ਇੱਕ ਰਿਪੋਰਟ ਦੇ ਹਵਾਲੇ ਤੋਂ ਗੱਲ ਕਹੀ ਜਾ ਰਹੀ ਹੈ ਕਿ ਇਹ ਹਾਦਸਾ ਨਹੀਂ, ਕੁਝ ਹੋਰ ਹੈ। ਸਾਡੇ ਨਾਲ ਸੁਖਪਾਲ ਖਹਿਰਾ ਜੀ ਮੌਜੂਦ ਨੇ। ਉਹਨਾਂ ਦੇ ਹੱਥ 'ਚ ਇੱਕ ਰਿਪੋਰਟ ਹੈ। ਖਹਿਰਾ ਸਾਹਿਬ, ਕੀ ਕਹਿ ਰਹੀ ਹੈ ਰਿਪੋਰਟ ਤੇ ਇਸ ਰਿਪੋਰਟ ਦੇ ਵਿੱਚ ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਕੀ ਸੱਚਾਈ ਹੈ ਇਸ ਪੂਰੀ ਘਟਨਾ ਦੀ? ਸਾਡਾ ਇਹ ਮੰਨਣਾ ਵਾ ਕਿ ਨਵਰੀਤ ਸਿੰਘ ਦਾ ਉੱਥੇ ਪੁਲਿਸ ਦੀ ਗੋਲੀ ਨਾਲ ਹੱਤਿਆ ਹੋਈ ਆ। ਔਰ ਇਹ ਇਕੱਲਾ ਮੈਂ ਨਹੀਂ ਕਹਿ ਰਿਹਾ, ਉਹਦੇ ਪਰਿਵਾਰ ਦਾ, ਉਹਦੇ ਫਰਸਟ ਕਜ਼ਨ ਜਿਹੜਾ ਸੀਗਾ ਨਵਦੀਪ ਸਿੰਘ, ਉਹ ਉੱਥੇ ਮੌਕੇ ਤੇ ਹਾਜ਼ਰ ਸੀਗੇ। ਨਵਰੀਤ ਦਾ ਇੱਕ ਕਜ਼ਨ, ਚਾਚੇ ਦਾ ਪੁੱਤ ਉੱਥੇ ਹਾਜ਼ਰ ਸੀ। ਹਜ਼ਾਰਾਂ ਕਿਸਾਨ ਸੀਗੇ। ਆ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਇਹ ਉਹਨੂੰ ਸਬਸਟੈਂਸ਼ੀਏਟ ਕਰਦੀ ਆ, ਕਿਉਂਕਿ ਇਹਦੇ 'ਚ ਦੱਸਿਆ ਜਾਂਦਾ ਵਾ ਕਿ ਇੱਕ ਇੰਜਰੀ ਦਾ ਐਂਟਰੀ ਪੁਆਇੰਟ ਹੈ। ਉਹਦੇ ਠੋਡੀ ਦੇ ਲਾਗਿਓ ਇੰਜਰੀ ਦਾ ਐਂਟਰੀ ਪੁਆਇੰਟ ਦਿਖਾਉਂਦੇ ਤੇ ਐਗਜ਼ਿਟ ਪੁਆਇੰਟ ਸਿਰ ਦੇ ਲਾਗੇ ਆ। ਔਰ ਉਹਦੇ 'ਚ ਲਿਖਿਆ ਕਲੀਅਰਲੀ ਕਿ ਬ੍ਰੇਨ ਮੈਟਰ ਇਜ਼ ਪੋਰਿੰਗ ਆਊਟ। ਇਹਦਾ ਮਤਲਬ ਜਿਹੜਾ ਆਪਣੇ ਦਿਮਾਗ ਦੇ ਅੰਦਰ ਜੋ ਚਰਬੀ ਵਗੈਰਾ ਉਹ ਸਾਰੀ ਬਾਹਰ ਡੁੱਲੀ ਹੋਈ ਸੀਗੀ। ਇੱਥੋਂ ਇਹ ਗੱਲ ਕਨਫਰਮ ਹੁੰਦੀ ਆ ਕਿ ਇਹ ਪੁਲਿਸ ਦੀ ਗੋਲੀ ਦੇ ਨਾਲ ਉਹਦੀ ਮੌਤ ਹੋਈ ਆ। ਔਰ ਨਾਲ ਇੱਕ ਰਿਲੇਟਡ ਸੋਸ਼ਲ ਮੀਡੀਆ ਦੇ ਉੱਤੇ ਛੋਟਾ ਜਿਹਾ ਕਲਿੱਪ ਚੱਲ ਰਿਹਾ ਜਿਹਦੇ 'ਚ ਇੱਕ ਲਾਲ ਕਿਲੇ ਦੇ ਅੰਦਰ ਗੋਲੀਆਂ 3-4 ਚਲਾਈਆਂ ਜਾਂਦੀਆਂ ਨੇ। ਇੱਕ ਨੌਜਵਾਨ ਦੇ ਪੱਟ ਵਿੱਚ ਗੋਲੀ ਲੱਗੀ ਹੋਈ ਆ। ਉਹਦੇ ਸਹਿਯੋਗੀ ਉਸ ਨੂੰ ਖੂਨ ਰੋਕਣ ਵਾਸਤੇ ਉਹਦਾ ਉੱਥੇ ਜ਼ੋਰਦਾਰ ਤਰੀਕੇ ਨਾਲ ਕੱਪੜਾ ਬੰਨ੍ਹ ਰਹੇ ਨੇ। ਇਹਦਾ ਮਤਲਬ ਇਹ ਆ ਕਿ ਦਿੱਲੀ ਪੁਲਿਸ ਨੂੰ ਬੀਜੇਪੀ ਨੇ ਗੋਲੀ ਚਲਾਉਣ ਦੇ ਅਧਿਕਾਰ ਦਿੱਤੇ ਹੋਏ ਸੀਗੇ। ਬੰਦੇ ਦੀ ਮੌਤ ਤੋਂ ਬਾਅਦ ਉਹ ਮੁੱਕਰ ਰਹੇ ਨੇ। ਉਹ ਸਾਰੇ ਐਵੀਡੈਂਸ ਨੂੰ ਟੈਂਪਰ ਕਰ ਰਹੇ ਨੇ। ਔਰ ਜੇ ਤੁਸੀਂ ਵੀਡੀਓ ਵੀ ਦੇਖੋਗੇ, ਜਦੋਂ ਗੋਲੀ ਵੱਜੀ ਉਸ ਤੋਂ ਬਾਅਦ ਟਰੈਕਟਰ ਇੰਬੈਲੈਂਸ ਹੋਇਆ ਵਾ। ਅਕਸਰ ਜਿਹੜਾ ਕਿਸਾਨ ਟਰੈਕਟਰ ਰੋਜ਼ ਖੇਤਾਂ ਵਿੱਚ ਤੇ ਸੜਕਾਂ ਤੇ ਚਲਾਉਂਦੇ ਹੋ, ਏਡੇ ਬੱਚੇ ਤਾਂ ਹੈ ਨਹੀਂ ਕਿ ਇਕੱਲੇ ਬੈਰੀਕੇਡ ਦੇ ਆਣ ਕੇ ਉਹ ਟਰੈਕਟਰ ਇੱਕਦਮ ਉਲਟ ਜਾਵੇਗਾ। ਇਸ ਕਰਕੇ ਅਸੀਂ ਉਹਦੇ 'ਚ ਨਿਆਇਕ ਜਾਂਚ ਦੀ ਮੰਗ ਕਰ ਰਹੇ ਹਾਂ। ਤੁਸੀਂ ਰੈੱਡ ਫੋਰਟ ਦੇ ਗੋਲੀ ਵਾਲੇ ਕਾਂਡ ਨੂੰ ਵੀ ਲੈ ਲਓ, ਉੱਥੇ ਜਿਹੜਾ ਕਹਿੰਦੇ ਸੋ ਕਾਲਡ ਵਾਇਲੈਂਸ ਹੈਗਾ ਉਹਨੂੰ ਵੀ ਲੈ ਲਓ, ਤੇ ਨਵਰੀਤ ਦੇ ਕਤਲ ਕਾਂਡ ਦੇ ਸਿਲਸਿਲੇ ਵਿੱਚ ਇੱਕ ਹਾਈ ਕੋਰਟ ਦੇ ਸਿਟਿੰਗ ਜੱਜ ਦਾ ਨਿਰਪੱਖ ਜਾਂਚ ਹੋਣੀ ਚਾਹੀਦੀ ਤਾਂ ਕਿ ਸੱਚ ਦਾ ਖੁਲਾਸਾ ਹੋ ਸਕੇ। ਖਹਿਰਾ ਸਾਹਿਬ, ਕਿਸਾਨ ਆਗੂ ਵੀ ਇਹ ਗੱਲ ਕਹਿ ਰਹੇ ਨੇ ਕਿ ਜੋ 26 ਨੂੰ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀਗਾ, ਪਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਹੁਣ ਦੰਗਾਈ ਕਿਹਾ ਜਾ ਰਿਹਾ ਹੈ, ਉਸ ਤੋਂ ਇਲਾਵਾ ਉਹਨਾਂ ਤੇ ਜਿਸ ਤਰੀਕੇ ਦੀਆਂ ਧਾਰਾਵਾਂ ਲਾਈਆਂ ਗਈਆਂ, ਭਾਵੇਂ ਉਹ ਕਿਸਾਨ ਆਗੂ ਹੋਣ, ਭਾਵੇਂ ਕੋਈ ਹੋਰ ਨੌਜਵਾਨ ਹੋਣ ਜਿਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ, ਯੂਆਪਾ ਤੱਕ ਦੀ ਗੱਲ ਕਹੀ ਜਾ ਰਹੀ ਹੈ। ਬਹੁਤ ਮਾੜਾ ਕੇਸ ਦਰਜ ਕੀਤਾ ਵਾ। ਇਹ ਬਦਲਾਖੋਰੀ ਹੈ ਬੀਜੇਪੀ ਸਰਕਾਰ ਵੱਲੋਂ। ਇਹਨੂੰ ਸਿਆਸੀ ਅੱਤਵਾਦ ਕਿਹਾ ਜਾ ਸਕਦਾ। ਇਹ ਵੈਂਡੇਟਾ ਪੋਲਿਟਿਕਸ ਦੇ ਉੱਤਰ ਆਈ, ਕਿਉਂਕਿ ਬੀਜੇਪੀ ਦਾ ਹੁਣ ਕੋਈ ਜਦੋਂ ਹੱਥ ਕੰਡਾ ਨਹੀਂ ਚੱਲਿਆ, ਉਹਨਾਂ ਨੇ ਹਰ ਤਰ੍ਹਾਂ ਦੇ ਪਾਪੜ ਵੇਲੇ ਇਲਜ਼ਾਮ ਲਾਏ, ਖਾਲਿਸਤਾਨੀ ਕਿਹਾ, ਹੁੱਲੜਬਾਜ਼ ਕਿਹਾ, ਨਕਸਲ ਕਿਹਾ। ਜਦੋਂ ਕੁਝ ਨਹੀਂ ਚੱਲਿਆ ਤੇ ਹੁਣ ਉਹਨਾਂ ਨੇ ਆ ਮੁਕੱਦਮਾ ਦਰਜ ਕਰਤਾ। ਇਹ ਮੁਕੱਦਮਾ ਦਰਜ ਕਰਕੇ ਉਹ ਬਾਕੀ ਸੂਬਿਆਂ ਦੇ ਲੀਡਰਾਂ ਨੂੰ ਤੇ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਨੇ ਕਿ ਜੇ ਤੁਸੀਂ ਦਿੱਲੀ ਵਿੱਚ ਧਰਨਿਆਂ 'ਚ ਆਏ, ਅਸੀਂ ਤੁਹਾਡੇ ਤੇ ਮੁਕੱਦਮੇ ਦਰਜ ਕਰਕੇ ਤੁਹਾਨੂੰ ਜੇਲ੍ਹਾਂ ਵਿੱਚ ਸੁੱਟਾਂਗੇ। ਪਰ ਮੈਨੂੰ ਨਹੀਂ ਲੱਗਦਾ ਕਿ ਲੋਕ ਇਸ ਨਾਲ ਡਰਨਗੇ। ਕੱਲ ਤੁਸੀਂ ਦੇਖਿਆ ਰਾਕੇਸ਼ ਟਿਕੈਤ ਗਾਜ਼ੀਪੁਰ ਬਾਰਡਰ ਤੇ ਜਦੋਂ ਲੋਕਾਂ ਨੂੰ ਮਾੜਾ ਜਿਹਾ ਐਂ ਲੱਗਿਆ ਕਿ ਕੁਝ ਸਾਡਾ ਧਰਨਾ ਚੁਕਾਉਣ ਦੇ ਚੱਕਰ ਵਿੱਚ ਪੁਲਿਸ ਹਜ਼ਾਰਾਂ ਦੀ ਤਾਦਾਦ ਵਿੱਚ ਟਰੈਕਟਰ ਜਿਹੜੇ ਰਾਤੋਂ ਰਾਤ ਉੱਥੇ ਪਹੁੰਚ ਗਏ ਨੇ। ਮੈਂ ਦਾਤ ਦਿੰਦਾ ਰਾਕੇਸ਼ ਟਿਕੈਤ ਦੀ ਲੀਡਰਸ਼ਿਪ ਨੂੰ, ਔਰ ਮੈਂ ਆਪਣੀ ਲੀਡਰਸ਼ਿਪ ਨੂੰ ਬੇਨਤੀ ਕਰੂੰਗਾ ਕਿ ਇੱਦਾਂ ਦੇ 100 ਮੁਕੱਦਮੇ ਵੀ ਕਰੇ ਸਰਕਾਰ, ਆਪਾਂ ਇਸ ਮੋਰਚੇ ਤੋਂ ਪਿੱਛੇ ਨਹੀਂ ਹਟਣਾ। ਸਮੂਹ ਲੋਕਾਂ ਨੂੰ, ਹਰ ਵਰਗ ਦੇ ਲੋਕਾਂ ਨੂੰ ਅਪੀਲ ਹੈ ਕਿ ਡਟ ਕੇ ਉੱਥੇ ਉਸੇ ਤਰੀਕੇ ਨਾਲ ਪਹੁੰਚਣਾ, ਉਹਨੂੰ ਅੱਗੇ ਨਾਲੋਂ ਵੀ ਮਜ਼ਬੂਤ ਕਰਨਾ ਤਾਂ ਕਿ ਉੱਥੋਂ ਆਪਾਂ ਜਿੱਤ ਪ੍ਰਾਪਤ ਕਰਕੇ। ਤੇ ਨਾਲ ਮੇਰੀ ਕਿਸਾਨ ਜਥੇਬੰਦੀਆਂ ਨੂੰ ਨਿਮਰਤਾ ਨਾਲ ਬੇਨਤੀ ਹੈ ਕਿ ਨਵਰੀਤ ਨੂੰ ਓਨ ਅਪ ਕਰੋ। ਜਿਹੜਾ ਇੱਕ ਆਸਟ੍ਰੇਲੀਆ ਤੋਂ ਬੱਚਾ ਆਇਆ, ਉਹਦੇ ਸ਼ਾਦੀ ਨੂੰ ਸਿਰਫ 2 ਸਾਲ ਹੋਏ ਸੀਗੇ। ਬਹੁਤ ਚੰਗਾ ਖਾਨਦਾਨ ਹੈ, ਹਰਦੀਪ ਸਿੰਘ ਡਿਬਡਬਾ, ਜਿਹਨੂੰ ਤੁਸੀਂ ਜ਼ਾਤੀ ਤੌਰ ਤੇ ਸਾਰੇ ਜਾਣਦੇ ਹੋ। ਜੇ 150 ਕਿਸਾਨ ਨੂੰ ਆਪਾਂ ਸ਼ਹੀਦ ਕਰਾਰ ਦਿੰਨੇ ਆ
ਤੇ ਨਵਰੀਤ ਦੀ ਮੌਤ ਨੂੰ ਤੁਹਾਨੂੰ ਲੈ ਕੇ ਇਨਸਾਫ ਦੀ ਗੁਹਾਰ ਸਰਕਾਰ ਤੱਕ ਜ਼ਰੂਰ ਲਾਉਣੀ ਚਾਹੀਦੀ ਹੈ। ਪਰ ਖਹਿਰਾ ਸਾਹਿਬ, ਜਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਆਪਣੇ ਹੀ ਕਿਸਾਨਾਂ ਤੇ ਦੇਸ਼ ਦੇ ਲੋਕਾਂ ਤੇ ਰੈਪਿਡ ਐਕਸ਼ਨ ਫੋਰਸ ਲਗਾਉਣਾ, ਇੱਕ ਰਸਤਾ ਜੋ ਸਾਈਡ ਤੇ ਪੈਦਲ ਰਸਤਾ ਛੱਡਿਆ ਗਿਆ ਸੀਗਾ ਸਿੰਘੂ ਤੇ ਉਸ ਨੂੰ ਵੀ ਬੰਦ ਕਰ ਦੇਣਾ, ਰਾਤ ਨੂੰ ਟਕੈਤ ਸਾਹਿਬ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕਰਨਾ, ਇਹ ਸਭ ਨੂੰ ਕਿਵੇਂ ਦੇਖਦੇ ਹੋ? ਬੀਜੇਪੀ ਸਿਰਫ ਇਸ ਨੂੰ ਨਾ ਹੁਣ ਧਾਰਮਿਕ ਰੰਗਤ ਦੇਣਾ ਚਾਹੁੰਦੀ ਆ। ਉਹ ਕਿਸੇ ਤਰੀਕੇ ਨਾਲ ਕਿ ਇਹ ਜਿਹੜੇ ਬੈਠੇ ਨੇ ਧਰਨਾਕਾਰੀ, ਇਹ ਹੁੱਲੜ ਨੇ, ਇਹ ਸਿੱਖ ਨੇ, ਇਹ ਖਾਲਿਸਤਾਨੀ ਨੇ, ਇਹਨਾਂ ਦਾ ਕਿਸੇ ਤਰ੍ਹਾਂ ਲੜਾਈ ਪੈਦਾ ਕਰਨਾ ਚਾਹੁੰਦੇ। ਜਿਹੜਾ ਕੁੰਡਲੀ ਵਿੱਚ ਮੈਂ ਕਹਿ ਰਿਹਾ ਨਾ, ਜਿਹੜੇ ਗਏ ਨੇ ਲੋਕ ਜਾਂ ਉਹ ਜਿਹੜਾ ਰਾਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ, ਇਹ ਉਹਨਾਂ ਨੂੰ ਪ੍ਰੋਵੋਕੇਟ ਕੀਤਾ ਜਾ ਰਿਹਾ ਕਿ ਇਹ ਕੋਈ ਐਕਸ਼ਨ ਕਰਨ, ਕੋਈ ਸਾਡੇ ਤੇ ਭੰਨ ਤੋੜ ਕਰਨ, ਸਾਨੂੰ ਕੁੱਟਮਾਰ ਕਰਨ, ਲਾਠੀਆਂ ਮਾਰਨ, ਤਾਂ ਜੋ ਅਸੀਂ ਕਹਿ ਦਈਏ ਕਿ ਲਓ ਜੀ ਆ ਹਿੰਦੂ ਤੇ ਸਿੱਖ ਦੰਗੇ ਜਿਹੜੇ ਦੇਸ਼ ਵਿੱਚ ਸ਼ੁਰੂ ਕਰਾਤੇ। ਇਹ ਬੀਜੇਪੀ ਨੂੰ ਬਹੁਤ ਮਹਿੰਗੀ ਪਵੇਗੀ ਸਾਜ਼ਿਸ਼, ਚਾਲਾਂ, ਕਿਉਂਕਿ ਦੇਸ਼ ਨੂੰ ਅਗਰ ਕੋਈ ਵਾਕਈ ਹੀ ਤੋੜਨ ਦੀ ਕੋਸ਼ਿਸ਼ ਕਰ ਰਿਹਾ ਤਾਂ ਬੀਜੇਪੀ ਕਰ ਰਹੀ ਆ। ਅਗਰ ਕੋਈ ਵਾਕਈ ਉਗਰਵਾਦੀ ਹੈ, ਬੀਜੇਪੀ ਸਰਕਾਰ ਹੈ ਤੇ ਗੋਦੀ ਦਾ ਮੀਡੀਆ ਜਿਹੜਾ ਹਰ ਛੋਟੀ ਜੀ ਗੱਲ ਨੂੰ ਇੰਨਾ ਆਊਟ ਆਫ ਪ੍ਰੋਪੋਰਸ਼ਨ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾਉਂਦੇ ਨੇ, ਆਪ ਹੀ ਭੜਕਾ ਰਹੇ ਨੇ। ਲੋਕ ਤਾਂ ਦੇਸ਼ ਨੂੰ ਜੋੜਦੇ ਨੇ, ਸਰਕਾਰਾਂ ਨੂੰ ਦੇਸ਼ ਨੂੰ ਜੋੜ ਕੇ ਸਾਰੇ ਵਰਗਾਂ ਦੀ ਨੂੰ ਮਰਮ ਪੱਟੀ ਕਰਨੀ ਚਾਹੀਦੀ ਆ। ਇਹ ਆਪੇ ਹੀ ਤੋੜਨ ਦੇ ਉੱਤੇ ਲੱਗੇ ਹੋਏ ਨੇ, ਜਿਹੜੀ ਕਿ ਸਰਾਸਰ ਗਲਤ ਗੱਲ ਸਰਕਾਰ ਵਾਸਤੇ। ਖਹਿਰਾ ਸਾਹਿਬ, ਕਿਸਾਨ ਆਗੂ, ਕਿਸਾਨ ਜਥੇਬੰਦੀਆਂ ਲਗਾਤਾਰ ਇਹ ਗੱਲ ਕਹਿੰਦੀਆਂ ਨੇ, ਕਿਸਾਨ ਜੋ ਸ਼ਬਦ ਹੈ ਉਹ ਸਰਕਾਰ ਦੇ ਪਾਰਟੀਆਂ ਦੇ ਮੈਨੀਫੈਸਟੋ 'ਚ ਹੁੰਦਾ ਹੈ, ਉਹਨਾਂ ਦੀ ਸਪੀਚਾਂ 'ਚ ਹੁੰਦਾ ਹੈ, ਪਰ ਉਹਨਾਂ ਦੇ ਦਿਲ ਤੇ ਨੀਤੀਆਂ 'ਚ ਨਹੀਂ। ਬਜਟ ਆਉਣ ਵਾਲਾ ਹੈ, ਪਰ ਉਸ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਨੇ ਫਿਰ ਇਹੀ ਗੱਲ ਕਹੀ ਕਿ ਕਈ ਦਹਾਕਿਆਂ ਤੋਂ ਜਿਸ ਤਰੀਕੇ ਦੇ ਨਾਲ ਸੁਧਾਰਾਂ ਦੀ ਖੇਤੀ ਖੇਤਰ ਦੇ ਵਿੱਚ ਮੰਗ ਕਰ ਰਹੀ ਸੀ, ਸਾਡੀ ਸਰਕਾਰ ਨੇ ਉਹੀ ਕੀਤਾ ਹੈ। ਲੱਗਦਾ ਹੈ ਬਜਟ ਦੇ ਵਿੱਚ ਸਰਕਾਰ ਕੁਝ ਕਰੂਗੀ ਕਿਸਾਨਾਂ ਦਾ ਗੁੱਸਾ ਠੰਡਾ ਕਰਨ ਲਈ? ਨਾਟ ਐਕਚੁਅਲੀ, ਇਹ ਸਾਰੇ ਲਫ਼ਜ਼ੀ ਹੇਅਰ-ਫੇਅਰ ਨੇ, ਇਹ ਸਾਰੇ ਫਚਿੰਗ ਆਫ ਫਿਗਰਸ ਨੇ। ਤੁਸੀਂ ਸਾਰੀਆਂ ਸਟੇਟਾਂ ਦੇ, ਸਾਰੇ ਸੈਂਟਰ ਦੇ ਬਜਟ ਕੱਢ ਲਓ। ਜੇ ਬਜਟਾਂ ਵਿੱਚ ਕੁਝ ਹੁੰਦਾ ਤੇ ਅੱਜ ਕਿਸਾਨ 12 ਲੱਖ ਕਰੋੜ ਦਾ ਦੇਸ਼ ਦਾ ਕਿਸਾਨ ਕਰਜ਼ਈ ਨਾ ਹੁੰਦਾ, 1 ਲੱਖ ਕਰੋੜ ਦਾ ਪੰਜਾਬ ਦਾ ਕਿਸਾਨ ਕਰਜ਼ਈ ਨਾ ਹੁੰਦਾ, ਤਾਮਿਲਨਾਡੂ ਤੋਂ ਲੈ ਕੇ ਪੰਜਾਬ ਤੱਕ ਕਿਸਾਨ ਆਤਮ ਹੱਤਿਆ ਨਾ ਕਰਦੇ। ਇਹਨਾਂ ਵਾਸਤੇ ਕੁਝ ਨਹੀਂਗਾ, ਇਹ ਸਾਰਾ ਸਿਰਫ ਮਹਿਜ਼ ਇੱਕ ਦਿਖਾਵਾ ਵਾ ਵੋਟ ਲੈਣ ਵਾਸਤੇ। ਔਰ ਮੈਨੂੰ ਦੁੱਖ ਨਾ ਕਹਿਣਾ ਪੈਂਦਾ ਕਿ 750 MP ਆ ਅਗਰ ਪਾਰਲੀਮੈਂਟ ਵਿੱਚ, ਉਹਦੇ 70% ਕਿਸਾਨਾਂ ਦੇ ਆਗੂ ਜਾਂਦੇ ਨੇ, ਪਰ ਉੱਥੇ ਜਾ ਕੇ ਕਾਰਪੋਰੇਟਾਂ ਦੀ ਗੱਲ ਕਰਦੇ ਨੇ, ਅੰਬਾਨੀਆਂ ਤੇ ਅਡਾਨੀਆਂ ਦੀ ਗੱਲ ਕਰਦੇ ਨੇ। ਆਈ ਡੂ ਨਾਟ ਥਿੰਕ ਕਿ ਕਿਸੇ ਸਰਕਾਰ, ਨਾ ਸਿਰਫ ਬੀਜੇਪੀ ਦੀ, ਹੁਣ ਸਰਕਾਰ ਨੇ 73 ਸਾਲ ਤੋਂ ਜਿਹੜੀਆਂ ਅਨਫੇਅਰ ਪ੍ਰਾਈਸਸ, ਸਾਡੀਆਂ ਫਸਲਾਂ ਦੀਆਂ ਕੀਮਤਾਂ ਗੈਰ ਵਾਜਬ ਦਿੰਦੇ ਰਹੇ ਅਤੇ ਮਹਿੰਗਾਈ ਦੀ ਦਰ ਦੇ ਨਾਲ ਨਹੀਂ ਜੋੜਿਆ, ਇਹ ਉਹਦਾ ਨਤੀਜਾ ਵਾ ਕਿ ਕਿਸਾਨ ਅੱਜ ਐਡਾ ਵੱਡੇ ਪੱਧਰ ਦੇ ਉੱਤੇ ਹਤਾਸ਼ ਤੇ ਬਗਾਵਤ ਤੇ ਉਤਰੇ ਹੋਏ ਨੇ। ਖਹਿਰਾ ਸਾਹਿਬ, ਆਖਰੀ ਸਵਾਲ, ਕੁਝ ਮੀਡੀਆ ਅਦਾਰੇ ਜਿਸ ਤਰੀਕੇ ਨਾਲ ਲਗਾਤਾਰ ਇਹ ਗੱਲ ਕਹਿ ਰਹੇ ਨੇ, ਜਾਂ ਸੋਸ਼ਲ ਮੀਡੀਆ ਤੇ ਵੀ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਮੋਰਚਾ ਟੁੱਟ ਗਿਆ, ਕਿਸਾਨ ਜੋ ਨੇ ਨਿਰਾਸ਼ ਨੇ, ਪਰ ਜਿਸ ਤਰੀਕੇ ਨਾਲ ਕੱਲ ਸਦਭਾਵਨਾ ਇੱਕ ਰੈਲੀ ਕੱਢੀ ਗਈ, ਉਸਨੇ ਤਾਂ ਕੁਝ ਹੋਰ ਹੀ ਨਜ਼ਾਰਾ ਲੋਕਾਂ ਨੂੰ ਦਿਖਾਇਆ। ਬਿਲਕੁਲ, ਕਿਤੇ ਮੋਰਚਾ ਨਹੀਂ ਟੁੱਟਿਆ, ਕਿਸੇ ਨੇ ਕਿਸੇ ਅਫਵਾਹ ਵਿੱਚ ਨਹੀਂ ਆਉਣਾ, ਅੱਗੇ ਨਾਲੋਂ ਵੀ ਜ਼ਿਆਦਾ ਮਜ਼ਬੂਤੀ ਦੇ ਨਾਲ ਉੱਥੇ ਸਾਥ ਦੇਣਾ ਵਾ। ਸਾਡੇ ਸਭ ਦਾ ਸਹਿਯੋਗ, ਅਰਦਾਸਾਂ ਇਸ ਮੋਰਚੇ ਦੇ ਨਾਲ ਆ, ਔਰ ਸਾਨੂੰ ਪੂਰਨ ਭਰੋਸਾ ਵਾ ਕਿ ਅਸੀਂ ਜਿੱਤ ਪ੍ਰਾਪਤ ਕਰਕੇ ਉੱਥੇ ਵਾਪਸ, ਕਿਉਂਕਿ ਸਾਡੇ ਮਨਸੂਬੇ ਗਲਤ ਨਹੀਂਗੇ। ਕਿਸਾਨਾਂ ਦਾ ਜਿਹੜਾ ਨਜ਼ਰੀਆ ਤੇ ਉਹਨਾਂ ਦੀ ਸੋਚ ਤੇ ਉਹਨਾਂ ਦਾ ਮਨਸੂਬਾ, ਜਦ ਉਹ ਇਮਾਨਦਾਰ ਹੈ ਤੇ ਇਮਾਨਦਾਰੀ ਦੀ ਹਮੇਸ਼ਾ ਜਿੱਤ ਹੋਵੇਗੀ ਜੀ। ਧੰਨਵਾਦ ਖਹਿਰਾ ਸਾਹਿਬ, ਪ੍ਰੋ ਪੰਜਾਬ ਟੀਵੀ ਨਾਲ ਜੁੜਨ ਦੇ ਲਈ। ਤਾਂ ਇਹ ਸਨ ਸੁਖਪਾਲ ਖਹਿਰਾ, ਜਿਨ੍ਹਾਂ ਨੇ ਵੱਲੋਂ ਨਵਰੀਤ ਦੇ ਨਾਲ ਜੋ ਹਾਦਸਾ ਵਾਪਰਿਆ ਉਸ ਨੂੰ ਇਹ ਗੱਲ ਕਹੀ ਗਈ ਕਿ ਉਹ ਹਾਦਸਾ ਨਹੀਂ ਸੀਗਾ, ਉਸ ਤੇ ਬਕਾਇਦਾ ਗੋਲੀ ਚਲਾਈ ਗਈ। ਨਾਲ ਹੀ ਉਹਨਾਂ ਨੇ ਬੀਜੇਪੀ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਨੇ ਕਿ ਬੀਜੇਪੀ ਸਰਕਾਰ ਹਾਲੇ ਵੀ ਜੋ ਹੈ ਉਹ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ। ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਜੋ ਬਜਟ ਆਉਣ ਵਾਲਾ ਹੈ ਉਸ ਤੋਂ ਵੀ ਕਿਸਾਨਾਂ ਨੂੰ ਤੇ ਸੁਖਪਾਲ ਖਹਿਰਾ ਨੂੰ ਵੀ ਖਾਸ ਉਮੀਦਾਂ ਨਹੀਂ ਹੈ ਕਿ ਉਸ ਦੇ ਵਿੱਚ ਵੀ ਸਰਕਾਰ ਕਿਸਾਨਾਂ ਦੇ ਲਈ ਕੁਝ ਕਰੇਗੀ। ਕੈਮਰਾਮੈਨ ਜਸਵੀਰ ਦੇ ਨਾਲ ਲਵਪ੍ਰੀਤ ਬੰਗੜ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।